My dear student of 10th class, today I am going to solve the daily dose of your class. It is related to gerund and infinitive. First of all, we will try to know little bit about the gerund and infinitives. Gerund and infinitives can replace a noun in a sentence. ਪਿਆਰੇ ਬੱਚਿਓ, ਜੋ ਸਾਡੀ ਐਕਸਰਸਾਈਜ਼ ਹੈਗੀ ਆ 9 ਸਤੰਬਰ ਦੀ, ਉਹਦੇ ਵਿੱਚ ਜੀਰਣ ਤੇ ਇਨਫਿਨਿਟਿਵ ਨਾਲ ਰਿਲੇਟਡ ਜਿਹੜੇ ਆ ਕੁਝ ਵਰਡ ਆਏ ਆ, ਸੈਂਟੈਂਸ ਆਏ, ਉਹਨਾਂ ਨੂੰ ਆਪਾਂ ਦੇਖਣਾ ਵੀ ਕਿਹਦੇ 'ਚ ਜੀਰਣ ਆਉਣਾ, ਕਿਹਦੇ 'ਚ ਇਨਫਿਨਿਟਿਵ ਆਉਣਾ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਨੂੰ ਇਹਨਾਂ ਦੇ ਬਾਰੇ ਲੈ ਲੈਣੀ ਚਾਹੀਦੀ ਹੈ। ਤਾਂ ਜੀਰਣ ਤੇ ਇਨਫਿਨਿਟਿਵ ਸੈਂਟੈਂਸ ਦੇ ਵਿੱਚ, ਵਾਕ ਦੇ ਵਿੱਚ ਕਿਸੇ ਨਾਊਨ ਨੂੰ ਰਿਪਲੇਸ ਕਰਦੇ ਆ, ਯਾਨੀ ਬਦਲਦੇ ਆ। ਜੀਰਣ ਦਾ ਪ੍ਰੈਜ਼ੈਂਟ ਪਾਰਟੀਸੀਪਲ ing ਫਾਰਮ ਆਫ ਦਾ ਵਰਬ। ਐਗਜ਼ਾਮਪਲ ਸਿੰਗਿੰਗ, ਡਾਂਸਿੰਗ ਐਂਡ ਰਨਿੰਗ। ਹੁਣ ਜੀਰਣ ਦੇ ਬਾਰੇ ਸੰਖੇਪ ਜਾਣਕਾਰੀ ਇਹ ਆ ਵੀ ਜੀਰਣ ਜਿਹੜਾ ਆ ਉਹ ਪ੍ਰੈਜ਼ੈਂਟ ਪਾਰਟੀਸੀਪਲ ਹੈਗਾ। ਜਦੋਂ ਵਰਬ ਦੀਆਂ ਆਪਾਂ 3 ਫਾਰਮਸ ਕਰਦੇ ਹਾਂ, ਉਹਦੇ 'ਚ ਜਿਹੜੀ 3rd ਫਾਰਮ ਹੈ ਉਹ ਪ੍ਰੈਜ਼ੈਂਟ ਪਾਰਟੀਸੀਪਲ ਗਿਣੀ ਜਾਂਦੀ ਹੈ। ਤੁਸੀਂ ਦੇਖੋਗੇ, ਇਹ ਯਾਦ ਰੱਖਿਓ ਵੀ ਜੀਰਣ ਦੇ ਵਿੱਚ ਹਮੇਸ਼ਾ ing ਲਾਉਣਾ ਪੈਣਾ ਤੁਹਾਨੂੰ। ਜਿਵੇਂ ਵਰਬ ਜਿਹੜੀ ਕੋਈ ਵੀ ਹੋਊਗੀ, ਡਾਂਸ ਆ ਅਤੇ ਡਾਂਸਿੰਗ ਆ, ਲਵ ਆ ਅਤੇ ਲਵਿੰਗ ਆ, ਪਲੇ ਆ ਅਤੇ ਪਲੇਇੰਗ ਆ, ing ਲਾਤਾ, ਇਟ ਮੀਨਸ ਉਹ ਜੀਰੰਡ ਜਾਂ ਪ੍ਰੈਜ਼ੈਂਟ ਪਾਰਟੀਸੀਪਲ ਹੋਊਗਾ। ਇਹਨਾਂ 'ਚ ਵੀ ਫਰਕ ਹੈਗਾ, ਪਰ ਆਪਾਂ ਇਹਨੂੰ ਇਹ ਮੰਨ ਕੇ ਚੱਲੀਏ ਵੀ ਜੀਰੰਡ ਦੇ ਪਿੱਛੇ ing ਲੱਗਦਾ ਆ। ਇਨਫਿਨਿਟਿਵ ਟੂ ਪਲੱਸ ਦਾ ਬੇਸ ਫਾਰਮ ਆਫ ਦਾ ਵਰਬ। ਐਗਜ਼ਾਮਪਲ ਟੂ ਸਿੰਗ, ਟੂ ਡਾਂਸ, ਟੂ ਰਨ। ਇਨਫਿਨਿਟਿਵ ਲਈ ਕੀ ਕਰਨਾ ਹੈ ਆਪਾਂ? ਇਨਫਿਨਿਟਿਵ ਦੇ ਵਿੱਚ ਵਰਬ ਦੀ ਜਿਹੜੀ ਫਸਟ ਫਾਰਮ ਹੈ ਉਸ ਤੋਂ ਪਹਿਲਾਂ ਟੂ ਲਗਾਉਣਾ ਆ। ਪਲੇ ਆ ਤਾਂ ਟੂ ਪਲੇ ਆ, ਸਿੰਗ ਆ ਤਾਂ ਟੂ ਸਿੰਗ ਆ, ਡਾਂਸ ਆ ਤਾਂ ਟੂ ਡਾਂਸ ਆ, ਰਨ ਆ ਤਾਂ ਟੂ ਰਨ ਆ, ਰਾਈਟ ਆ ਤਾਂ ਟੂ ਰਾਈਟ ਆ। ਜੀਰਣ ਤੇ ਇਨਫਿਨਿਟਿਵ ਦੇ ਵਿੱਚ ਬੇਸਿਕਲੀ ਤੁਸੀਂ ਇਹ ਫਰਕ ਜਿਹੜਾ ਆ ਉਹ ਲੈ ਕੇ ਚੱਲਣਾ ਆ। ਵੈਦਰ ਯੂ ਯੂਜ਼ ਏ ਜੀਰੰਡ ਔਰ ਇਨਫਿਨਿਟਿਵ ਡਿਪੈਂਡਸ ਔਨ ਦਾ ਮੇਨ ਵਰਬ ਆਫ ਦਾ ਸੈਂਟੈਂਸ। ਹੁਣ ਜਦੋਂ ਬੱਚਿਓ ਆਪਾਂ ਦੇਖਣਾ ਵੀ ਸੈਂਟੈਂਸ ਦੇ ਵਿੱਚ ਅਸੀਂ ਜੀਰੰਡ ਲਾਉਣਾ ਜਾਂ ਇਨਫਿਨਿਟਿਵ ਲਾਉਣਾ ਆ, ਤਾਂ ਉਹ ਕਿਤੇ ਡਿਪੈਂਡ ਕਰੇਗਾ ਮੇਨ ਵਰਬ ਦੇ ਉੱਤੇ, ਵੀ ਮੇਨ ਵਰਬ ਜਿਹੜੀ ਆ ਉਹ ਕੀ ਕਹਿ ਰਹੀ ਆ, ਉਹਦੇ ਹਿਸਾਬ ਨਾਲ ਅਸੀਂ ਜੀਰੰਡ ਜਾਂ ਇਨਫਿਨਿਟਿਵ ਚੇਂਜ ਕਰਨਾ ਆ। ਆਪਾਂ ਸਟਾਰਟਿੰਗ 'ਚ ਪਹਿਲੀ ਲਾਈਨ 'ਚ ਦੇਖ ਲਿਆ ਵੀ ਜੀਰੰਡ ਅਤੇ ਇਨਫਿਨਿਟਿਵ ਜਿਹੜਾ ਆ ਉਹ ਨਾਊਨ ਨੂੰ ਰਿਪਲੇਸ ਕਰਦੇ ਆ। ਠੀਕ ਹੈ, ਇਸ ਦਾ ਮਤਲਬ ਹੈ ਵੀ ਇਹਦਾ ਵਰਬ ਦੇ ਨਾਲ ਕੋਈ ਜ਼ਿਆਦਾ ਵਾਸਤਾ ਨਹੀਂ ਹੈਗਾ, ਇਹ ਵਰਬ ਨਹੀਂ ਹੈ। ਇਹਨੂੰ ਆਪਾਂ ਕੋਈ ਨਾਊਨ ਜਿਹੜਾ ਸੈਂਟੈਂਸ 'ਚ ਲੱਗਣਾ ਸੀ ਉਹਦੀ ਥਾਂ ਦੇ ਉੱਤੇ ਅਸੀਂ ਜੀਰੰਡ ਜਾਂ ਇਨਫਿਨਿਟਿਵ ਨੂੰ ਲਾਉਣਾ ਹੈ। ਸੋ ਇਟ ਆਲ ਡਿਪੈਂਡਸ ਅਪੋਨ ਮੇਨ ਵਰਬ। ਕੁਛ ਐਗਜ਼ਾਮਪਲ ਦੇਖੋ। ਆਈ ਐਕਸਪੈਕਟ ਟੂ ਹੈਵ ਦਾ ਰਿਜ਼ਲਟਸ ਆਫ ਆਪਰੇਸ਼ਨ ਸੂਨ। ਇਨਫਿਨਿਟਿਵ ਯੂਜ਼ ਹੋਇਆ ਇਹਦੇ ਵਿੱਚ। ਠੀਕ ਹੈ, ਟੂ ਹੈਵ ਲੱਗਾ ਹੋਇਆ। ਠੀਕ ਹੈ, ਇਹਨੂੰ ਤੁਸੀਂ ਯਾਦ ਦੇਖੋ, ਟੂ ਦੇ ਨਾਲ ਹੈਵ ਲੱਗਾ ਹੋਇਆ। ਹੈਵ ਵਰਬ ਦੀ ਪਹਿਲੀ ਫਾਰਮ ਹੈ, ਹੈਵ, ਹੈਡ, ਹੈਡ, ਇਹ ਇਨਫਿਨਿਟਿਵ ਹੈ। ਆਈ ਐਂਟੀਸੀਪੇਟ ਹੈਵਿੰਗ ਦਾ ਰਿਸਰਚ ਕੰਪਲੀਟਿਡ ਇਵੈਂਚੁਅਲੀ। ਹੁਣ ਦੇਖੋ ਇੱਥੇ ਵੀ ਹੈਵ ਲੱਗਾ, ਬਟ ਇਹਦੇ ਨਾਲ ing ਲੱਗਾ ਆ। ਠੀਕ ਹੈ, ਇਹ ਜੀਰੰਡ ਹੈ। ਦਿਮਾਗ ਦੇ ਵਿੱਚ ਇਹ ਗੱਲ ਬਿਠਾ ਕੇ ਰੱਖਣੀ ਆ, ਜੀਰੰਡ 'ਚ ing ਲੱਗਣਾ ਆ, ਇਨਫਿਨਿਟਿਵ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਤੋਂ ਪਹਿਲਾਂ ਟੂ ਲੱਗਣਾ ਆ। ਅੱਛਾ, ਆਫਟਰ ਪ੍ਰੈਪੋਜੀਸ਼ਨ ਕੁਛ ਰੂਲਸ ਹੈਗੇ ਜਿਹੜੇ ਆਪਾਂ ਇਹਨੂੰ ਫੋਲੋ ਕਰਨੇ ਆ। ਪ੍ਰੈਪੋਜੀਸ਼ਨ ਸਾਨੂੰ ਪਤਾ ਵੀ ਪ੍ਰੈਪੋਜੀਸ਼ਨ ਕੀ ਹੁੰਦੀ ਆ। ਹੁਣ ਜਦੋਂ ਵੀ ਸੈਂਟੈਂਸ ਦੇ ਵਿੱਚ ਪ੍ਰੈਪੋਜੀਸ਼ਨ ਕੋਈ ਆਊਗੀ, ਠੀਕ ਹੈ, ਉਸ ਤੋਂ ਬਾਅਦ ਬੱਚਿਓ ਯਾਦ ਰੱਖਿਓ ਪਹਿਲਾ ਰੂਲ ਕੀ ਆ, ਜਦੋਂ ਵੀ ਸੈਂਟੈਂਸ ਵਿੱਚ ਪ੍ਰੈਪੋਜੀਸ਼ਨ ਆਏਗੀ ਤਾਂ ਉਸ ਤੋਂ ਬਾਅਦ ਹਮੇਸ਼ਾ ਜੀਰੰਡ ਲੱਗੇਗਾ। ਦੇਖੋ, ਆਈ ਮੇਡ ਡਿਨਰ ਬਿਫੋਰ ਗੈਟਿੰਗ ਹੋਮ। ਗੈਟਿੰਗ ing ਲੱਗਾ, ਬਿਫੋਰ ਜਿਹੜੀ ਪ੍ਰੈਪੋਜੀਸ਼ਨ ਆ। ਨੈਕਸਟ ਹੈ, ਹੀ ਲੁਕਡ ਅਨਹੈਪੀ ਆਫਟਰ ਸੀਇੰਗ ਹਿਜ਼ ਵਰਕ ਸਕੈਡਿਊਲ। ਸੀਇੰਗ ਆਫਟਰ ਜਿਹੜਾ ਆ ਉਹ ਪ੍ਰੈਪੋਜੀਸ਼ਨ ਆ। ਤਾਂ ਤੁਸੀਂ ਦੇਖ ਲਿਓ ਬਹੁਤ ਸਾਰੀਆਂ ਪ੍ਰੈਪੋਜੀਸ਼ਨਸ, ਇਨਟੂ, ਆਫ, ਐਟ, ਔਨ, ਓਵਰ, ਇਹ ਬਹੁਤ ਸਾਰੀਆਂ ਪ੍ਰੈਪੋਜੀਸ਼ਨ ਆ। ਇਹ ਤੁਹਾਨੂੰ ਆਲਰੇਡੀ ਪਹਿਲਾਂ ਤੁਸੀਂ ਕੀਤੀਆਂ ਹੋਈਆਂ, ਤੁਹਾਨੂੰ ਪਤਾ ਲੱਗ ਜਾਏਗਾ ਵੀ ਸੈਂਟੈਂਸ ਦੇ ਵਿੱਚ ਵੀ ਇਹ ਪ੍ਰੈਪੋਜੀਸ਼ਨ ਲੱਗੀ ਆ। ਜਿਹੜੇ ਸੈਂਟੈਂਸ ਵਿੱਚ ਪ੍ਰੈਪੋਜੀਸ਼ਨ ਲੱਗੀ ਹੋਈ ਆ
ਉਸ ਤੋਂ ਨੈਕਸਟ ਤੁਸੀਂ ਜ਼ੀਰੈਂਡ ਵਰਤਣਾ ਆ, ਉੱਥੇ ਤੁਸੀਂ ਇਨਫਿਨਿਟਿਵ ਨਹੀਂ ਲਾਉਣਾ। ਇਹ ਫਸਟ ਰੂਲ ਆ। ਸੈਕੰਡ ਰੂਲ ਕੀ ਆ? ਟੂ ਰਿਪਲੇਸ ਦਾ ਸਬਜੈਕਟ ਔਰ ਆਬਜੈਕਟ ਆਫ ਏ ਸੈਂਟੈਂਸ ਜ਼ੀਰੈਂਡ ਇਜ਼ ਯੂਜ਼ਡ। ਜਦੋਂ ਅਸੀਂ ਸਬਜੈਕਟ ਜਾਂ ਆਬਜੈਕਟ ਦੇ ਤੌਰ 'ਤੇ ਸੈਂਟੈਂਸ ਦੀ ਸਟਾਰਟ ਕਰਨੀ ਆ, ਸੈਂਟੈਂਸ ਨੂੰ ਸ਼ੁਰੂ ਕਰਨਾ ਆ, ਤਾਂ ਉੱਥੇ ਅਸੀਂ ਇਹਨੂੰ ਜ਼ੀਰੈਂਡ ਨੂੰ ਯੂਜ਼ ਕਰਨਾ ਆ। ਠੀਕ ਹੈ ਨਾ? ਜਿਵੇਂ ਜੇ ਅਸੀਂ ਸਬਜੈਕਟ ਦੇ ਤੌਰ 'ਤੇ ਕਰਨਾ ਤਾਂ ਸਟਾਰਟਿੰਗ 'ਚ ਆ ਜਾਏਗਾ, ਜੇ ਆਬਜੈਕਟ ਦੇ ਤੌਰ 'ਤੇ ਕਰਨਾ ਉਹ ਵਿੱਚ ਵੀ ਆ ਸਕਦਾ। ਹੁਣ ਦੋ ਐਗਜ਼ਾਮਪਲ ਹੈਗੇ, ਦੇਖੋ ਵਿਕਰਮ ਲਾਈਕਸ, ਜਿਹੜਾ ਲਾਈਕ ਆ ਉਹ ਮੇਨ ਵਰਬ ਆ। ਠੀਕ ਹੈ। ਈਟਿੰਗ, ਈਟਿੰਗ ਜ਼ੀਰੈਂਡ ING ਲੱਗਾ ਹੋਇਆ। ਇੱਦਾਂ ਹੀ ਡਾਂਸਿੰਗ, ਇਹ ਐਜ਼ ਏ ਸਬਜੈਕਟ ਯੂਜ਼ ਹੋਇਆ, ਈਟਿੰਗ ਜਿਹੜਾ ਐਜ਼ ਏ ਆਬਜੈਕਟ ਯੂਜ਼ ਹੋਇਆ, ਅਤੇ ਡਾਂਸਿੰਗ ਐਜ਼ ਏ ਸਬਜੈਕਟ ਯੂਜ਼ ਹੋਇਆ। ਠੀਕ ਹੈ। ਸਬਜੈਕਟ ਵਰਬ ਅਤੇ ਆਬਜੈਕਟ ਜਿਹੜੇ ਆ ਇਹ ਹਰੇਕ ਸੈਂਟੈਂਸ 'ਚ ਹੁੰਦੇ ਆ। ਇੰਪੋਰਟੈਂਟ ਚੀਜ਼ਾਂ ਹੈਗੀਆਂ, ਤੁਸੀਂ ਆਲਰੇਡੀ ਕੀਤੀਆਂ ਹੋਣੀਆਂ, ਨਹੀਂ ਕੀਤੀਆਂ ਤਾਂ ਆਪਣੇ ਟੀਚਰ ਨਾਲ ਡਿਸਕਸ ਕਰਕੇ ਤੁਸੀਂ ਇਹਨਾਂ ਦੀ ਜਾਣਕਾਰੀ ਲੈ ਸਕਦੇ ਹੋ। ਥੋੜ੍ਹੀ ਜਿਹੀ ਸੰਖੇਪ ਜਾਣਕਾਰੀ ਇਹ ਵੀ ਸਬਜੈਕਟ ਜਿਹੜਾ ਕੰਮ ਕਰਨ ਵਾਲਾ ਹੁੰਦਾ ਆ, ਕੰਮ ਵਰਬ ਆ, ਅਤੇ ਕੰਮ ਜਿਸ ਦੀ ਹੈਲਪ ਨਾਲ ਪੂਰਾ ਹੁੰਦਾ ਉਹ ਆਬਜੈਕਟ ਆ। ਠੀਕ ਹੈ। ਇਹ ਸੈਕੰਡ ਰੂਲ ਸੀ। ਥਰਡ ਰੂਲ ਬੱਚਿਓ ਹੈਗਾ, ਆਫਟਰ ਮੈਨੀ ਐਡਜੈਕਟਿਵਸ ਇਨਫਿਨਿਟਿਵ ਇਜ਼ ਯੂਜ਼ਡ। ਐਡਜੈਕਟਿਵ ਵਿਸ਼ੇਸ਼ਣ ਜੋ ਕਿਸੇ ਨਾਊਨ ਜਾਂ ਪ੍ਰਨਾਊਨ ਦੀ ਵਿਸ਼ੇਸ਼ਤਾ ਦੱਸਦਾ ਆ, ਦੈਟ ਇਜ਼ ਐਡਜੈਕਟਿਵ। ਠੀਕ ਹੈ ਨਾ? ਤਾਂ ਜਦੋਂ ਵੀ ਐਡਜੈਕਟਿਵ ਲੱਗਾ ਹੋਏਗਾ ਸੈਂਟੈਂਸ ਦੇ ਵਿੱਚ, ਤਾਂ ਉਸ ਤੋਂ ਬਾਅਦ ਤੁਸੀਂ ਜ਼ੀਰੈਂਡ ਨਹੀਂ ਲਾਉਣਾ, ਯਾਨੀ ING ਵਾਲੀ ਵਰਡ ਨਹੀਂ ਯੂਜ਼ ਕਰਨਾ। ਤੁਸੀਂ ਯੂਜ਼ ਕਰਨਾ ਆ ਇਨਫਿਨਿਟਿਵ, ਟੂ ਵਾਲਾ ਯੂਜ਼ ਕਰਨਾ ਹੈ। ਐਗਜ਼ਾਮਪਲ ਦੇਖ ਲਓ, ਇਟ ਇਜ਼ ਹਾਰਡ ਟੂ ਮੇਕ ਡਿਨਰ ਦਿਸ ਲੇਟ। ਹਾਰਡ ਜਿਹੜਾ ਆ ਐਡਜੈਕਟਿਵ ਆ, ਹਾਰਡ ਮਤਲਬ ਸਖਤ, ਉਸ ਤੋਂ ਬਾਅਦ ਟੂ ਮੇਕ ਲਾਇਆ ਆਪਾਂ ਇਨਫਿਨਿਟਿਵ ਵਾਲਾ। I find it difficult to describe my feelings about writing research essays. To describe, difficult, ਮੁਸ਼ਕਲ। ਠੀਕ ਹੈ। difficult ਐਡਜੈਕਟਿਵ ਹੈ, ਉਸ ਤੋਂ ਬਾਅਦ ਆਪਾਂ ਇਨਫਿਨਿਟਿਵ ਲਾਇਆ। ਨੈਕਸਟ ਬੱਚਿਓ ਫੋਰਥ ਰੂਲ ਹੈਗਾ, ਆਫਟਰ ਨਾਊਨ ਔਰ ਪ੍ਰਨਾਊਨ ਇਨਫਿਨਿਟਿਵ ਇਜ਼ ਯੂਜ਼ਡ। ਜੇਕਰ ਸੈਂਟੈਂਸ ਦੇ ਵਿੱਚ ਦੇਖੋ ਬਹੁਤ ਸਾਰੀਆਂ ਜਿਹੜੀਆਂ ਐਕਸੈਪਸ਼ਨਸ ਹੋ ਜਾਂਦੀਆਂ ਕਿਤੇ ਨਾ ਕਿਤੇ ਸੈਂਟੈਂਸ ਦੇ ਵਿੱਚ, ਕਿਤੇ ਨਾ ਕਿਤੇ ਕੁਛ ਹੋ ਜਾਂਦਾ ਵੀ ਆਪਾਂ ਨੂੰ ਇਹ ਰੂਲ ਛੱਡਣਾ ਪੈਂਦਾ, ਬਟ ਬਹੁਤ ਘੱਟ ਹੁੰਦਾ। ਮੋਸਟਲੀ ਜਿਹੜਾ 99% ਜਿਹੜਾ ਰੂਲ ਇਹ ਲੱਗਦੇ ਆ ਵੀ ਜਦੋਂ ਵੀ ਨਾਊਨ ਜਾਂ ਪ੍ਰਨਾਊਨ ਤੁਸੀਂ ਸੈਂਟੈਂਸ ਦੇ ਵਿੱਚ ਕਿਤੇ ਤੁਹਾਡੇ ਆ ਗਿਆ, ਉਸ ਤੋਂ ਨੈਕਸਟ ਤੁਸੀਂ ਇਨਫਿਨਿਟਿਵ ਯੂਜ਼ ਕਰਨਾ, ਨਾਟ ਜ਼ੀਰੈਂਡ। ਕਿਵੇਂ? ਰੀਆ ਰਿਕੁਐਸਟਡ ਹਿਮ ਟੂ ਹੈਲਪ ਹਰ। ਹਿਮ ਪ੍ਰਨਾਊਨ ਆ, ਸੈਂਟੈਂਸ ਦੇ ਵਿੱਚ ਹਿਮ ਜਿਹੜਾ ਵਰਡ ਆ ਪ੍ਰਨਾਊਨ ਆ, ਉਸ ਤੋਂ ਬਾਅਦ ਇਨਫਿਨਿਟਿਵ ਲੱਗਾ ਟੂ ਹੈਲਪ। ਠੀਕ ਹੈ ਨਾ? ਮੋਹਨ ਥਰੂ ਏ ਪੀਸ ਆਫ ਪੇਪਰ, ਥਰੋ ਲਿਖਿਆ, ਐਕਚੁਅਲੀ ਇੱਥੇ ਥਰੂ ਆਉਣਾ ਸੀ ਜਾਂ ਥਰੋਜ਼ ਆਉਣਾ ਸੀ, ਥਰੂ THREW, ਗਲਤ ਪ੍ਰਿੰਟ ਹੋ ਗਿਆ, ਤੁਸੀਂ ਮਾਈਂਡ 'ਚ ਬਿਠਾ ਲਿਓ ਵੀ ਥਰੂ ਹੈ। ਮੋਹਨ ਥਰੂ ਏ ਪੀਸ ਆਫ ਪੇਪਰ ਟੂ ਡਰਾ ਹਿਜ਼ ਅਟੈਂਸ਼ਨ। ਹੁਣ ਪੇਪਰ ਜਿਹੜਾ ਹੈਗਾ, ਪੇਪਰ ਉਹ ਨਾਊਨ ਆ, ਉਸ ਤੋਂ ਬਾਅਦ ਟੂ ਡਰਾ ਲੱਗਾ, ਇਨਫਿਨਿਟਿਵ ਲੱਗਾ, ਇਹਨੂੰ ਯਾਦ ਰੱਖਿਓ ਤੁਸੀਂ। ਠੀਕ ਹੈ। ਫੋਰਥ ਰੂਲ ਕੀ ਹੈਗਾ, ਨਾਊਨ ਪ੍ਰਨਾਊਨ ਜੇ ਸੈਂਟੈਂਸ 'ਚ ਆਉਣਗੇ ਤਾਂ ਉਸ ਤੋਂ ਬਾਅਦ ਆਪਾਂ ਇਨਫਿਨਿਟਿਵ ਯੂਜ਼ ਕਰਨਾ। ਫਿਫਥ ਕੀ ਹੈਗਾ, ਆਫਟਰ these verbs a to infinitive refers to the future। to infinitive ਜਿਹੜਾ ਹੈਗਾ ਉਹ ਫਿਊਚਰ ਦੀ ਗੱਲ ਕਰੇਗਾ, ਭਵਿੱਖ ਦੀ ਗੱਲ ਕਰੇਗਾ। while a gerund expresses an earlier action relative to the time of the verb in the main clause। ਜਿਹੜਾ gerund ਆ ਉਹ ਜਾਂ ਤਾਂ ਪਾਸਟ ਦੀ ਗੱਲ ਕਰੇਗਾ ਜਾਂ ਮਤਲਬ ਕਿ ਪ੍ਰੈਜ਼ੈਂਟ ਦੀ ਗੱਲ ਕਰੇਗਾ, ਜਾਂ ਉਹ ਸੈਕਸ਼ਨ ਦੀ ਗੱਲ ਕਰੇਗਾ ਜਿਹੜਾ ਹੋ ਚੁੱਕਿਆ। ਠੀਕ ਹੈ ਨਾ? ਫਿਊਚਰ ਦੀ ਗੱਲ ਜੇ ਆ ਰਹੀ ਆ ਸੈਂਟੈਂਸ ਦੇ ਵਿੱਚ, ਤਾਂ ਤੁਸੀਂ ਉੱਥੇ ਯੂਜ਼ ਕਰਨਾ ਹੈ ਟੂ ਇਨਫਿਨਿਟਿਵ। ਜੇ ਪਾਸਟ ਦੀ ਜਾਂ ਜਿਹੜਾ ਹੁਣੇ ਐਕਸ਼ਨ ਹੋ ਗਿਆ ਜਾਂ ਚੱਲ ਰਿਹਾ ਆ ਉਹਦੇ ਵਿੱਚ ਦੀ ਗੱਲ ਕਰਾਂਗੇ ਤੁਸੀਂ, ਅਤੇ ਉਹਦੇ ਵਿੱਚ ਜ਼ੀਰੈਂਡ ਵਰਤਾਂਗੇ ਆਪਾਂ। ਕਿਵੇਂ ਆ ਦੇਖੋ, ਉਦਾਹਰਨ ਦਿੱਤੀ ਆ, ਡੋਂਟ ਫੋਰਗੇਟ ਟੂ ਮੀਟ ਮਿਸਟਰ ਰਾਜ ਐਟ 10 o'clock ਦਿਸ ਮਾਰਨਿੰਗ। ਭੁੱਲਿਓ ਨਾ ਕਿ ਤੁਸੀਂ ਸਵੇਰੇ 10 ਵਜੇ ਰਾਜ ਨੂੰ ਮਿਲਣਾ ਹੈ। ਗੱਲ ਕਰ ਰਹੇ ਮਿਲਣਾ, ਮਿਲੇ ਨਹੀਂ ਅਸੀਂ, ਤਾਂ ਆਪਾਂ ਕੀ ਲਾਉਣਾ ਆ
ਇਹ ਫਿਊਚਰ ਦੀ ਗੱਲ ਹੋ ਰਹੀ ਆ ਤਾਂ ਟੂ ਮੀਟ ਲੱਗਾ, ਦੇਖੋ ਇਨਫਿਨਿਟਿਵ ਲੱਗਾ, ਟੂ ਮੀਟ ਲੱਗਾ ਕਿਉਂਕਿ ਫਿਊਚਰ ਦੀ ਗੱਲ ਹੋ ਰਹੀ ਆ। ਆਈ ਵਿਲ ਨੈਵਰ ਫੋਰਗੇਟ ਮੀਟਿੰਗ ਹਰ ਫॉर द फर्स्ट टाइम। ਮੈਂ ਉਸ ਨਾਲ ਪਹਿਲੀ ਮੁਲਾਕਾਤ ਕਦੇ ਨਹੀਂ ਭੁੱਲਾਂਗਾ। ਠੀਕ ਹੈ, ਵੀ ਮੈਂ ਉਹਦੇ ਨਾਲ ਜਦੋਂ ਪਹਿਲਾਂ ਮਿਲਿਆ ਸੀਗਾ, ਜਿਹੜੀ ਉਹਦੇ ਨਾਲ ਪਹਿਲੀ ਮੁਲਾਕਾਤ ਹੋਈ ਉਸ ਨੂੰ ਮੈਂ ਨਹੀਂ ਭੁੱਲਾਂਗਾ, ਮੇਰੇ ਮਾਈਂਡ 'ਚ ਉਹ ਨਹੀਂ ਜਾਊਗੀ। ਯਾਨੀ ਪਾਸਟ ਤੇ ਐਕਸ਼ਨ ਦੀ ਗੱਲ ਲਈ, ਐਕਸ਼ਨ ਹੋ ਚੁੱਕੀ ਆ ਉਹਦੀ ਗੱਲ ਕਰ ਰਹੇ ਹਾਂ, ਤਾਂ ਇੱਥੇ ਮੀਟਿੰਗ ਆਇਆ, ਟੂ ਮੀਟ ਨਹੀਂ ਆਇਆ, ਮੀਟਿੰਗ ਆਇਆ। ਆਈ ਵਾਂਟ them ਟੂ ਕਮ ਬੈਕ। ਮੈਂ ਚਾਹੁੰਦਾ ਹਾਂ ਕਿ ਉਹ ਵਾਪਸ ਆਉਣ, ਚਾਹੁੰਦਾ ਹਾਂ, ਉਹ ਆਏ ਨਹੀਂ ਹੈਗੇ, ਚਾਹੁੰਦਾ ਹਾਂ ਕਿ ਉਹ ਆਉਣ, ਆਏ ਨਹੀਂ ਗੇ। ਠੀਕ ਹੈ, ਤਾਂ ਇੰਤਜ਼ਾਰ ਕਰ ਰਹੇ ਹਾਂ ਵੀ ਉਹ ਆ ਜਾਣ। ਤਾਂ ਇੱਥੇ ਕੀ ਆ, ਫਿਊਚਰ ਦੀ ਗੱਲ ਆ, ਤਾਂ ਟੂ ਕਮ ਆਇਆ। ਆਈ ਡੋਂਟ ਰਿਮੈਂਬਰ ਐਵਰ ਵਿਜ਼ਿਟਿੰਗ ਦਿਸ ਮਿਊਜ਼ੀਅਮ। ਮੈਨੂੰ ਯਾਦ ਨਹੀਂ ਕਿ ਕਦੇ ਮੈਂ ਇਸ ਮਿਊਜ਼ੀਅਮ ਵਿੱਚ ਗਿਆ ਹੋਵਾਂਗਾ, ਯਾਦ ਨਹੀਂ। ਯਾਨੀ ਪਿਛਲੀ ਗੱਲ ਆਪਾਂ ਸੋਚਦੇ ਪਏ ਵੀ ਮੈਨੂੰ ਨਹੀਂ ਯਾਦ ਵੀ ਮੈਂ ਕਦੀ ਇੱਥੇ ਕਦੇ ਗਿਆ ਵੀ ਹੋਊਗਾ। ਪਾਸਟ ਦੀ ਗੱਲ ਕਰ ਰਿਹਾ, ਜਿਹੜਾ ਅਰਲੀਅਰ ਐਕਸ਼ਨ ਉਹਦੀ ਗੱਲ ਕਰ ਰਿਹਾ। ਸੋ ਇੱਥੇ ਵਿਜ਼ਿਟਿੰਗ ਆਇਆ। ਇਨਫਿਨਿਟਿਵ ਕੈਨ ਬੀ ਯੂਜ਼ਡ ਆਫਟਰ ਸਰਟਨ verbs including agree, ask, decide, help, plan, hope, learn, want, would, like and promise। ਸਭ ਕੁਛ ਵਰਡ ਹੈਗੇ ਜਿਨ੍ਹਾਂ ਦੇ ਨਾਲ ਹਮੇਸ਼ਾ ਇਨਫਿਨਿਟਿਵ ਲੱਗਦਾ। ਅੱਗੇ ਹੋਰ ਡਿਟੇਲ 'ਚ ਦੱਸਾਂਗੇ। ਪਿਛਲੇ 5 ਰੂਲ ਤੁਸੀਂ ਦਿਮਾਗ 'ਚ ਰੱਖਣੇ ਆ। ਇੱਦਾਂ ਹੀ ਜੀਰੈਂਡ ਹੈਗੇ ਆ, ਇਹ ਕੁਛ ਵਰਡਸ ਦੇ ਨਾਲ ਲੱਗਦੇ, ਜਿਵੇਂ ਫੈਂਸੀ, ਡਿਸਕਸ, ਡਿਸਲਾਈਕ, ਫਿਨਿਸ਼, ਮਾਈਂਡ, ਸੁਜੈਸਟ, ਰਿਕਮੈਂਡ, ਕੀਪ, ਅਵੋਇਡ। ਅੱਛਾ, ਆਹ ਲਿਸਟ ਹੈ ਬੱਚਿਓ ਕਾਮਨ ਵਰਬਸ ਫੋਲੋਡ ਬਾਈ ਜੀਰੈਂਡ। ਜੀਰੈਂਡ ਦੇ ਵਿੱਚ, ਜੀਰੈਂਡ ਦੇ ਲਈ ਆਹ ਵਰਡ ਹੈਗੇ, ਜੇਕਰ ਸੈਂਟੈਂਸ ਵਿੱਚ ਯੂਜ਼ ਹੋਏ ਹੋਣ ਅਤੇ ਇਹਨਾਂ ਤੋਂ ਬਾਅਦ ਜੀਰੈਂਡ ਦਾ ਇਸਤੇਮਾਲ ਹੋਏਗਾ। ਦੇਖੋ ਲਿਖਿਆ ਪਲੇਇੰਗ, ING ਲੱਗੇਗਾ। ਸਾਰੇ ਤੁਸੀਂ ਪੜ੍ਹ ਲੈਣੇ ਚੰਗੀ ਤਰ੍ਹਾਂ। ਠੀਕ ਹੈ, ਮੈਂ ਇਕੱਲਾ ਇਕੱਲਾ ਬੋਲੂੰਗਾ ਅਤੇ ਮੈਨੂੰ ਲੱਗਦਾ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਏਗਾ, ਇਸ ਕਰਕੇ ਤੁਸੀਂ ਆਪ ਦੇਖ ਲੈਣੇ। ਆਹ ਜਿਹੜੇ ਮੈਂ ਕੀਤੇ ਆ ਨਾ, ਮਾਰਕ ਕੀਤੇ ਆ, ਦੇਖੋ ਡਿਸਲਾਈਕ ਕੀਤਾ, ਇੰਜੋਏ, ਐਸਕੇਪ, ਸਜੈਸਟ, ਇਹ ਤਾਂ ਕੀਤੇ ਆ ਕਿਉਂਕਿ ਇਹ ਅੱਜ ਸਾਡੀ ਜਿਹੜੀ ਡੇਲੀ ਡੋਜ਼ ਸੀ ਉਹਦੇ ਵਿੱਚ ਆਏ ਆ, ਇਹਨਾਂ ਨੂੰ ਮੈਂ ਕੀਤਾ ਮਾਰਕ। ਇਹ ਸਾਰੇ ਉਹ ਆ ਜਿਹੜੇ ਜਿਨ੍ਹਾਂ ਦੇ ਨਾਲ ਜੀਰੈਂਡ ਲੱਗਣਾ, ਇਹ ਸਾਡੇ ਐਕਸਰਸਾਈਜ਼ ਦੇ ਵਿੱਚ ਯੂਜ਼ ਹੋਏ ਆ, ਇਸ ਕਰਕੇ ਇਹਨਾਂ ਨੂੰ ਮੈਂ ਮਾਰਕ ਕੀਤਾ ਹੈ। ਇਸੇ ਤਰ੍ਹਾਂ ਕਾਮਨ ਵਰਬਸ ਫੋਲੋਡ ਬਾਈ ਇਨਫਿਨਿਟਿਵਸ, ਜਿਹੜੇ ਇਨਫਿਨਿਟਿਵਸ ਦੇ ਲਈ ਯੂਜ਼ ਹੋਣਗੇ, ਜਿੱਥੇ ਟੂ ਲੱਗੂਗਾ ਉਹ ਇਹ ਸਾਰੇ ਹੈਗੇ ਆ। ਇਹਨਾਂ ਨੂੰ ਨੋਟ ਕਰ ਲਿਓ ਜਾਂ ਤੁਸੀਂ ਇਹਨੂੰ ਯਾਦ ਕਰ ਲਿਓ। ਆ ਜਿਹੜੇ ਯੈਲੋ ਕੀਤੇ, ਅਟੈਂਪਟ ਵੀ ਅੱਜ ਵਾਲੇ 'ਚ ਆਇਆ ਆ, ਐਕਸਪੈਕਟ ਆਇਆ, ਪ੍ਰੋਮਿਸ ਆਇਆ, ਵਾਂਟ ਆਇਆ। ਇਹ ਅੱਜ ਜਿਹੜੀ ਆਪਾਂ ਡੇਲੀ ਡੋਜ਼ ਕਰਨੀ ਉਹਦੇ 'ਚ ਆਏ ਆ, ਅੱਗੇ ਆਉਣੀ ਆ, ਤਾਂ ਕਰਕੇ ਮਾਰ ਕੇ। ਤਾਂ ਕੁਛ ਐਸੇ ਆ ਜਿਨ੍ਹਾਂ ਦੇ ਵਿੱਚ ਜੀਰੈਂਡ ਵੀ ਲੱਗ ਸਕਦਾ, ਇਨਫਿਨਿਟਿਵ ਵੀ ਲੱਗ ਸਕਦਾ। ਸੋ ਅੱਗੇ ਹੁਣ ਆਪਣੀ ਐਕਸਰਸਾਈਜ਼ ਜੋ ਸ਼ੁਰੂ ਕਰਦੇ ਹਾਂ ਆਪਾਂ। ਆਈ ਇੰਜੋਏ ਸਵਿਮ ਇਨ ਦਾ ਵਾਟਰ। ਇੰਜੋਏ ਜਿਹੜਾ ਆ ਉਹ, ਕਿਉਂਕਿ ਲਿਸਟ ਕਿਹੜੀ ਸੀ ਜੀਰੈਂਡ ਵਾਲੀ ਸੀ, ਸਵਿਮਿੰਗ ਆ ਗਿਆ। ਆਈ ਵਾਂਟ them ਕੀ ਆ, ਪ੍ਰਨਾਊਨ ਆ। ਰੂਲ ਕੀਤਾ ਸੀਗਾ ਜੇਕਰ ਨਾਊਨ ਪ੍ਰਨਾਊਨ ਆਏਗਾ ਤਾਂ ਉੱਥੇ ਇਨਫਿਨਿਟਿਵ ਲੱਗੇਗਾ, ਤਾਂ ਟੂ ਕਮ ਆ ਗਿਆ। ਠੀਕ ਹੈ ਜੀ, ਇਹ ਰੂਲ ਬੱਚੇ ਯਾਦ ਕਰਨੇ ਪੈਣੇ, ਫਿਰ ਤਾਂ ਕੋਈ ਹੋਣੇ ਆ। ਹੁਣ ਦਾ ਥੀਫ ਅਟੈਂਪਟਡ ਬਟ ਹੀ ਵਾਜ਼ ਕਾਟ। ਐਸਕੇਪ ਜਿਹੜਾ ਇਹਨੂੰ ਆਪਾਂ ਯੂਜ਼ ਕਰਨਾ ਜੀਰੈਂਡ ਅਤੇ ਇਨਫਿਨਿਟਿਵ ਦੇ ਵਿੱਚ। ਹੁਣ ਅਟੈਂਪਟਡ ਜਿਹੜਾ ਹੈਗਾ ਇਹ ਇਸ ਤੋਂ ਬਾਅਦ ਇਨਫਿਨਿਟਿਵ ਲੱਗਦਾ, ਇਨਫਿਨਿਟਿਵ ਵਾਲੀ ਲਿਸਟ 'ਚ ਆ, ਅਤੇ ਇਹ ਤੁਸੀਂ ਜਿਹੜਾ ਦੇਖ ਲੈਣਾ, ਉਹ ਯਾਦ ਕਰਨੇ ਪੈਣੇ ਤੁਹਾਨੂੰ। ਦ ਬॉय ਸਜੈਸਟਡ, ਸਜੈਸਟ ਜਿਹੜਾ ਵਰਡ ਹੈਗਾ ਇਹਦੇ ਨਾਲ ਹਮੇਸ਼ਾ ਜੀਰੈਂਡ ਲੱਗਦਾ, ਇਸ ਕਰਕੇ ਗੋਇੰਗ ਲੱਗਾ। ਇੱਦਾਂ ਹੀ ਡਿਸਲਾਈਕ ਜਿਹੜਾ ਆ ਇਹਦੇ ਨਾਲ ਹਮੇਸ਼ਾ ਜੀਰੈਂਡ ਲੱਗਦਾ, ਤਾਂ ਯੂਜ਼ ਦਾ ਯੂਜ਼ਿੰਗ ਬਣ ਗਿਆ। ਇਹ 5 ਆਪਣੇ ਪਹਿਲੇ ਹੋ ਗਏ ਆ। 6ਵਾਂ ਆ ਡੋਂਟ ਯੂ ਰਿਮੈਂਬਰ ਸੀ ਹਰ ਐਟ ਸੈਮਸ ਬਰਥਡੇ। ਹੁਣ ਇੱਥੇ ਸੀਇੰਗ ਆ ਗਿਆ ਰਿਮੈਂਬਰ ਦੇ ਨਾਲ, ਅੱਗੇ ਵੀ ਰਿਮੈਂਬਰ ਵਾਲਾ ਸੈਂਟੈਂਸ ਹੈਗਾ। 7ਵਾਂ ਯੂ ਮਸਟ ਰਿਮੈਂਬਰ ਟੈਲੀਫੋਨ ਮੀ ਆਫਟਰ ਰੀਚਿੰਗ ਦੇਅਰ। ਇੱਥੇ ਟੂ ਟੈਲੀਫੋਨ ਆਇਆ, ਉੱਥੇ ਰਿਮੈਂਬਰ ਦੇ ਨਾਲ ING ਲੱਗਾ, ਇੱਥੇ ਰਿਮੈਂਬਰ ਦੇ ਨਾਲ ਟੂ ਲੱਗਾ। ਉੱਥੇ ਜੀਰੈਂਡ ਲੱਗਾ, ਇੱਥੇ ਇਨਫਿਨਿਟਿਵ ਲੱਗਾ। ਕਿਉਂ ਲੱਗਾ ਅੱਗੇ ਦੱਸਦੇ ਤੁਹਾਨੂੰ ਬਾਅਦ 'ਚ। ਆਫਟਰ ਰੀਚ ਦਾ ਰੀਚਿੰਗ ਦੇਅਰ। ਠੀਕ ਹੈ, ਇਹਨੂੰ ਨੈਕਸਟ ਸਲਾਈਡ 'ਚ ਕੀਤਾ ਕਵਰ, ਉਹ ਤੁਹਾਨੂੰ ਮੈਂ ਦੱਸਦਾ। 8th ਆ ਹਾਊ ਲੌਂਗ ਯੂ ਐਕਸਪੈਕਟ ਸਟੇ ਇਨ ਆਗਰਾ। ਠੀਕ ਹੈ, ਐਕਸਪੈਕਟ ਦੇ ਨਾਲ ਟੂ ਲੱਗਦਾ, ਇਨਫਿਨਿਟਿਵ ਲੱਗਦਾ, ਇਨਫਿਨਿਟਿਵ ਵਾਲੀ ਲਿਸਟ 'ਚ ਆ, ਇਸ ਕਰਕੇ ਟੂ ਲੱਗਾ ਹੋਇਆ। ਲਰਨ ਫਰੈਂਚ ਕੁਇਕਲੀ ਇਜ਼ ਨਾਟ ਈਜ਼ੀ।
ਐਜ਼ ਏ ਸਬਜੈਕਟ ਯੂਜ਼ ਹੋਇਆ, ਤੇ ਸਬਜੈਕਟ ਜਦੋਂ ਯੂਜ਼ ਹੋਊਗਾ ਉਹ ਜ਼ੀਰੰਡ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ, ਉਹ ਇਨਫਿਨਿਟਿਵ ਦੇ ਤੌਰ ਤੇ ਵੀ। ਇੱਥੇ ਆਪਾਂ ਲਰਨਿੰਗ ਲਿਖਿਆ, ਇੱਥੇ ਆਪਾਂ ਟੂ ਲਰਨ ਵੀ ਕਰਾਂਗੇ ਤਾਂ ਵੀ ਸਾਡਾ ਜਿਹੜਾ ਸਹੀ ਹੋਊਗਾ, ਯਾਨੀ ਸਬਜੈਕਟ ਦੇ ਵਿੱਚ ਆਪਾਂ ਇਹਨਾਂ ਦੋਵਾਂ ਨੂੰ ਵਰਤ ਸਕਦੇ ਹਾਂ ਸਟਾਰਟਿੰਗ ਦੇ ਵਿੱਚ। ਹੁਣ ਆਪਾਂ ਰਿਮੈਂਬਰ ਵਾਲੇ ਜਿਹੜਾ ਸੀਗਾ ਸੈਂਟੈਂਸ ਉਹਦੀ ਗੱਲ ਕਰਦੇ ਹਾਂ। ਸੈਂਟੈਂਸ ਸੀ ਸਾਡੇ ਕੋਲ, ਡੂ ਯੂ ਰਿਮੈਂਬਰ ਸੀਇੰਗ ਹਰ ਐਟ ਸੈਮਸ ਬਰਥਡੇ। ਹੁਣ ਇੱਥੇ ਆਪਾਂ ਸੀਇੰਗ ਲਾਇਆ, ਕਿਉਂ ਲਾਇਆ? ਦੇਖੋ ਕੀ ਲਿਖਿਆ, ਵੈਨ ਰਿਮੈਂਬਰ ਇਜ਼ ਯੂਜ਼ਡ ਵਿਦ ਜ਼ੀਰੰਡ ਇਟ ਮੀਨਸ ਟੂ ਰਿਮੈਂਬਰ ਦੈਟ ਯੂ ਹੈਵ ਡਨ ਸਮਥਿੰਗ। ਜਦੋਂ ਰਿਮੈਂਬਰ ਦੀ ਆਪਾਂ ਗੱਲ ਕੀਤੀ ਹੈ ਐਜ਼ ਏ ਜ਼ੀਰੰਡ ਯੂਜ਼ ਕਰਦੇ ਪਏ ਹਾਂ ਤਾਂ ਇਹਦਾ ਮਤਲਬ ਵੀ ਅਸੀਂ ਕੁਛ ਕੀਤਾ ਆ। ਦ ਸੈਂਟੈਂਸ ਅਬਵ ਮੀਨਸ ਦੈਟ ਯੂ ਮੈਂਸ਼ਨ ਦਾ ਬਰਥਡੇ ਪਾਰਟੀ। ਇਹਦਾ ਮਤਲਬ ਹੈਗਾ ਵੀ ਤੁਸੀਂ ਉਸ ਬਰਥਡੇ ਪਾਰਟੀ ਦੀ ਗੱਲ ਕੀਤੀ, ਐਂਡ ਦੈਟ ਆਈ ਰਿਮੈਂਬਰ ਦਾ ਫੈਕਟ ਦੈਟ ਯੂ ਡਿਡ ਦੈਟ। ਤੁਸੀਂ ਉੱਥੇ ਜਦੋਂ ਮਿਲੇ ਸੀ, ਕਿਸੇ ਨੂੰ ਮਿਲੇ ਆ, ਹਰ ਕਿਸੇ ਕੁੜੀ ਨੂੰ ਮਿਲੇ ਆ, ਉਹ ਮੈਨੂੰ ਯਾਦ ਆ, ਉਹਦੀ ਗੱਲ ਕਰਦੇ ਪਏ ਬੀਤੇ ਸਮੇਂ ਦੀ। ਆਪਾਂ ਸਟਾਰਟਿੰਗ 'ਚ ਰੂਲ ਕੀਤਾ ਸੀਗਾ, ਜਦੋਂ ਅਸੀਂ ਬੀਤੇ ਸਮੇਂ ਦੀ ਗੱਲ ਕਰਾਂਗੇ, ਅਰਲੀਅਰ ਐਕਸ਼ਨ ਦੀ ਗੱਲ ਕਰਾਂਗੇ, ਉੱਥੇ ਜ਼ੀਰੰਡ ਦੀ ਵਰਤੋਂ ਕਰਾਂਗੇ। ਸੋ ਦੈਟਸ ਵਾਈ ਇੱਥੇ ਆਪਾਂ ਸੀਇੰਗ ਲਾਇਆ। ਨੈਕਸਟ ਸੈਂਟੈਂਸ ਸੀਗਾ, ਯੂ ਮਸਟ ਰਿਮੈਂਬਰ ਟੂ ਟੈਲੀਫੋਨ ਮੀ ਆਫਟਰ ਰੀਚਿੰਗ ਦੇਅਰ। ਇੱਥੇ ਟੂ ਲਾਇਆ, ਕਿਉਂ? ਵੈਨ ਰਿਮੈਂਬਰ ਇਜ਼ ਯੂਜ਼ਡ ਵਿਦ ਐਨ ਇਨਫਿਨਿਟਿਵ ਇਟ ਮੀਨਸ ਟੂ ਰਿਮੈਂਬਰ ਦੈਟ ਯੂ ਨੀਡ ਟੂ ਡੂ ਸਮਥਿੰਗ। ਨੀਡ ਟੂ ਡੂ ਸਮਥਿੰਗ, ਤੁਸੀਂ ਕੁਛ ਕਰਨਾ ਹੈ, ਕੀਤਾ ਨਹੀਂ ਹੈਗਾ, ਕਰਨਾ ਆ। ਘਰ ਪਹੁੰਚ ਕੇ ਤੁਸੀਂ ਮੈਨੂੰ, ਜਾਂ ਉੱਥੇ ਜਾ ਕੇ ਤੁਸੀਂ ਮੈਨੂੰ ਫੋਨ ਕਰਨਾ ਆ, ਯਾਨੀ ਫਿਊਚਰ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਇੱਥੇ ਇਨਫਿਨਿਟਿਵ ਲੱਗਾ ਆ। The sentence above means that you will remember what you have to do after reaching there. ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਤੁਸੀਂ ਕੀ ਕਰਨਾ ਆ ਜਦੋਂ ਤੁਸੀਂ ਪਹੁੰਚ ਗਏ ਘਰ, ਯਾਨੀ ਭਵਿੱਖ ਦੀ ਗੱਲ ਕਰ ਰਹੇ ਪਏ ਹਾਂ, ਪਿੱਛੇ ਪਾਸਟ ਦੀ ਗੱਲ ਕਰਦੇ ਪਏ ਹਾਂ। ਉੱਥੇ ਪਾਸਟ 'ਚ ਜੀਰੰਡ ਲੱਗਣਾ ਆ, ਫਿਊਚਰ ਦੇ ਵਿੱਚ ਯਾਦ ਰੱਖਿਓ ਇਨਫਿਨਿਟਿਵ ਲੱਗਣਾ ਆ। 11th ਸੈਂਟੈਂਸ ਆ, ਆਈ ਵਾਂਟਿਡ ਸਜੈਸਟ ਇਟ ਟੂ ਸਜੈਸਟ। ਵਾਂਟ ਦੇ ਨਾਲ ਟੂ ਲੱਗਦਾ। ਇਟ ਇਜ਼ ਵੈਰੀ ਈਜ਼ੀ ਕ੍ਰਿਟੀਸਾਈਜ਼ ਅਦਰ। ਈਜ਼ੀ ਜਿਹੜਾ ਆ ਐਡਜੈਕਟਿਵ ਆ, ਐਡਜੈਕਟਿਵ ਦੀ ਗੱਲ ਕੀਤੀ ਸੀ ਜਦੋਂ ਐਡਜੈਕਟਿਵ ਆਪਾਂ ਹਾਰਡ ਅਤੇ ਡਿਫੀਕਲਟ ਵਾਲੇ ਕੀਤੇ ਸੈਂਟੈਂਸ, ਤਾਂ ਉਹ 'ਚ ਦੱਸਿਆ ਤੁਹਾਨੂੰ ਵੀ ਐਡਜੈਕਟਿਵ ਦੇ ਨਾਲ ਹਮੇਸ਼ਾ ਇਨਫਿਨਿਟਿਵ ਲੱਗੇਗਾ। ਤਾਂ ਈਜ਼ੀ ਟੂ ਕ੍ਰਿਟੀਸਾਈਜ਼। ਇੱਦਾਂ ਡਿਫੀਕਲਟ ਜਿਹੜਾ ਉਹ ਵੀ ਐਡਜੈਕਟਿਵ ਆ, ਟੂ ਸੋਲਵ ਲੱਗਾ। ਤਾਂ ਬੱਚੇ ਰੂਲ ਯਾਦ ਕਰਨੇ ਪੈਣੇ, 5 ਰੂਲ ਯਾਦ ਕਰਨੇ ਪੈਣੇ ਤੁਹਾਨੂੰ, ਅਤੇ ਉਹ ਵਰਡ ਵੀ ਯਾਦ ਕਰਨੇ ਪੈਣੇ ਵੀ ਕਿਹਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਵਿੱਚ ਰੂਲ ਨਹੀਂ ਲੱਗਦੇ, ਉਹ ਵਰਡ ਹੀ ਪੱਕੇ ਉਹਨਾਂ ਦੇ, ਪੱਕਾ ਹੀ ਤੁਸੀਂ ਜ਼ੀਰੰਡ ਲੱਗਣਾ ਅਤੇ ਪੱਕਾ ਹੀ ਉਹਨਾਂ ਦੇ ਨਾਲ ਤੁਸੀਂ ਇਨਫਿਨਿਟਿਵ ਲਾਉਣਾ ਆ, ਉਹ ਯਾਦ ਕਰਨੇ ਪੈਣੇ। 14th ਸੈਂਟੈਂਸ ਆ, ਰਾਈਟ ਗੁੱਡ ਪੋਇਮਸ ਇਜ਼ ਨਾਟ ਈਜ਼ੀ। ਰਾਈਟਿੰਗ ਗੁੱਡ ਪੋਇਮਸ ਇਜ਼ ਨਾਟ ਈਜ਼ੀ। ਠੀਕ ਹੈ ਨਾ, ਇੱਥੇ ਤੁਸੀਂ ਟੂ ਰਾਈਟ ਗੁੱਡ ਪੋਇਮ ਇਜ਼ ਨਾਟ ਈਜ਼ੀ। ਟੂ ਰਾਈਟ ਵੀ ਕਰ ਸਕਦੇ, ਯਾਨੀ ਇਨਫਿਨਿਟਿਵ ਵੀ ਲਾ ਸਕਦੇ ਹਾਂ, ਜ਼ੀਰੰਡ ਵੀ ਲਾ ਸਕਦੇ ਹਾਂ, ਪਰ ਕਿਉਂਕਿ ਜ਼ੀਰੰਡ ਜ਼ਿਆਦਾ ਸੂਟ ਕਰਦਾ ਇਸ ਕਰਕੇ ਆਪਾਂ ਇਹ ਲਾਇਆ ਹੋਇਆ। 15th ਤੇ ਲਾਸਟ ਸੈਂਟੈਂਸ ਹੈ, ਦਾ ਟੇਬਲ ਇਜ਼ ਨਾਟ ਵਰਥ ਡੈਸ਼ ਬਾਈ। ਬਾਈ ਦਾ ਯੂਜ਼ ਕਰਨਾ, ਬਲੈਂਕ ਯੂਜ਼ ਕਰਨੀ, ਇੱਥੇ ਬਾਇੰਗ ਲਾਇਆ। ਕਿਉਂ ਲਾਇਆ ਆ? ਕਿਉਂਕਿ ਵਰਡ ਜਿਹੜਾ ਇੱਥੇ ਇਹਦਾ ਮੀਨਿੰਗ ਕੀ ਨਿਕਲਦਾ ਦੇਖੋ, ਇਹ ਜਿਹੜਾ ਟੇਬਲ ਇਹ ਖਰੀਦਣ ਲਈ ਨਹੀਂ ਹੈ। ਉੱਦਾਂ ਵਰਡ ਜਿਹੜਾ ਉਹਦਾ ਮਤਲਬ ਹੁੰਦਾ ਮੁੱਲ ਜਾਂ ਕੀਮਤ ਕਿਸੇ ਚੀਜ਼ ਦੀ, ਪਰ ਇੱਥੇ ਐਜ਼ ਏ ਪ੍ਰੈਪੋਜੀਸ਼ਨ ਯੂਜ਼ ਹੋਇਆ ਵਰਡ, ਇਸ ਕਰਕੇ ਅਸੀਂ ਇਹਨੂੰ ਇੱਥੇ ਬਾਇੰਗ ਲਾਇਆ। ਦੇਖਿਆ ਨਾ, ਲਿਖਿਆ ਕਿ ਇਨ ਦਾ ਅਬਵ ਐਗਜ਼ਾਮਪਲ ਵਰਡ ਇਜ਼ ਏ ਪ੍ਰੈਪੋਜੀਸ਼ਨ। ਵਰਡ ਜਿਹੜਾ ਐਜ਼ ਏ ਪ੍ਰੈਪੋਜੀਸ਼ਨ ਯੂਜ਼ ਹੋਇਆ, ਇਸ ਕਰਕੇ ਇੱਥੇ ਕਿਉਂਕਿ ਪ੍ਰੈਪੋਜੀਸ਼ਨ ਜਿੱਥੋਂ ਲੱਗੂਗੀ ਉਹਦੇ ਨਾਲ ਆਪਾਂ ਜ਼ੀਰੰਡ ਲਾਉਣਾ ਆ, ਇਹ ਆਪਾਂ ਰੂਲ ਕੀਤਾ ਹੋਇਆ ਆ। ਠੀਕ ਹੈ, ਅਤੇ ਟੈਕਨੀਕਲੀ ਜਿਹੜਾ ਆ ਜ਼ੀਰੰਡ ਦੇ ਨਾਲ ING ਲੱਗੂਗਾ ਜਦੋਂ ਪ੍ਰੈਪੋਜੀਸ਼ਨ ਲੱਗੀ ਹੋਊਗੀ। ਸੋ ਬੱਚਿਓ, ਇਹ ਸੀ ਸਾਡੀ ਜ਼ੀਰੰਡ ਅਤੇ ਇਨਫਿਨਿਟਿਵ ਦੀ ਐਕਸਰਸਾਈਜ਼। ਮੋਸਟਲੀ ਕੀ ਹੁੰਦਾ ਹੈ ਵੀ ਆਪਾਂ ਨੂੰ ਇਹੀ ਪਤਾ ਹੁੰਦਾ ਵੀ ਜ਼ੀਰੰਡ 'ਚ ਤੁਸੀਂ ING ਲਾ ਦੇਣਾ ਅਤੇ ਇਨਫਿਨਿਟਿਵ 'ਚ ਟੂ ਲਾ ਦੇਣਾ, ਅਤੇ ਉੱਦਾਂ ਹੀ ਦਿਮਾਗ ਸੋਚਣਾ ਵੀ ਇਹ ਸੈਂਟੈਂਸ ਵਿੱਚ ਕਿਹੜਾ ਸੂਟ ਕਰਦਾ। ਪਰ ਜੇਕਰ ਸਾਨੂੰ 5 ਰੂਲ ਪਤਾ ਹੋਣਗੇ, ਜੇਕਰ ਸਾਨੂੰ ਕੁਛ ਵਰਡ ਯਾਦ ਹੋਣਗੇ, ਜਿੱਥੇ ਜ਼ੀਰੰਡ ਲੱਗਦਾ, ਜਿੱਥੇ ਇਨਫਿਨਿਟਿਵ ਲੱਗਦਾ, ਅਤੇ ਜਿੱਥੇ ਦੋਵੇਂ ਲੱਗਦੇ ਆ, ਅਤੇ ਤੁਹਾਡੀ ਇਹ ਸਮੱਸਿਆ ਬਿਲਕੁਲ ਹੱਲ ਹੋ ਜਾਊਗੀ। ਥੈਂਕਸ।